परम सत्कारयोग ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਇੱਕ ਬਹੁਤ ਹੀ ਅਹਿਮ ਵਿਸ਼ੇ 'ਤੇ ਗੱਲਬਾਤ ਕਰਾਂਗਾ, ਜਿਸ ਦਾ ਨਾਮ ਹੈ ਜਾਤ ਪਾਤ। ਜਿਹੜੀਆਂ ਜਾਤਾਂ ਹੁੰਦੀਆਂ ਨੇ ਉਹ ਜਾਨਵਰਾਂ ਦੇ ਵਿੱਚ, ਪਸ਼ੂਆਂ ਦੇ ਵਿੱਚ, ਪੰਛੀਆਂ ਦੇ ਵਿੱਚ ਹੁੰਦੀਆਂ ਨੇ, ਇਨਸਾਨਾਂ ਵਿੱਚ ਜਾਤਾਂ ਨਹੀਂ ਹੁੰਦੀਆਂ। ਆਓ ਆਪਾਂ ਇਸ ਵਿਸ਼ੇ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸੋ ਆਪਾਂ ਜਾਤਾਂ ਪਾਤਾਂ ਦੇ ਵਿੱਚੋਂ ਕਿਵੇਂ ਨਿਕਲਣਾ ਹੈ, ਇਸ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ। ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰੂ, ਆਪਣੇ ਮਹਾਂਪੁਰਖ, ਆਪਣੇ ਰਹਿਬਰਾਂ ਨੂੰ ਹੋਈਏ ਨਤਮਸਤਕ ਜੀ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਪਿਆਰੇ ਦੇਸ਼ ਵਾਸੀਓ, ਇਹ ਗੱਲ ਮੈਂ ਬਹੁਤ ਵਾਰ ਤੁਹਾਨੂੰ ਆਖ ਚੁੱਕਿਆ, ਇਸ ਦਾ ਜ਼ਿਕਰ ਬਹੁਤ ਵਾਰ ਕਰ ਚੁੱਕਿਆ। ਜਿਹੜੀਆਂ ਜਾਤਾਂ ਪਾਤਾਂ ਬਣਾਈਆਂ ਗਈਆਂ ਨੇ ਉਹ ਮਨੂਵਾਦ ਵੱਲੋਂ, ਬ੍ਰਾਹਮਣਵਾਦ ਵੱਲੋਂ ਬਣਾਈਆਂ ਗਈਆਂ ਨੇ। ਜਦੋਂ ਤੋਂ ਉਸਨੇ ਸਾਡੇ ਦੇਸ਼ ਦੇ ਉੱਤੇ ਰਾਜ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਪਹਿਲਾਂ ਉਹਨੇ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਸਾਡੇ 'ਤੇ ਅਪਣਾ ਕੇ, ਲਾਗੂ ਕਰਕੇ ਇਸ ਦੇਸ਼ ਦਾ ਰਾਜਾ ਬਣਿਆ। ਸੋ ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਕਿ ਜਿਹੜੇ ਲੋਕ ਇੱਥੇ ਕਿੱਤਿਆਂ ਦੇ ਆਧਾਰ 'ਤੇ ਕੰਮ ਕਰਦੇ ਸੀ, ਉਹਨਾਂ ਨੂੰ ਜਾਤਾਂ ਦੇ ਵਿੱਚ ਵੰਡ ਦਿੱਤਾ ਗਿਆ। ਉਹ ਕਿੱਤਿਆਂ ਨੂੰ ਹੀ ਜਾਤ ਦਾ ਨਾਮ ਦੇ ਕੇ ਉਹਨਾਂ ਨੂੰ ਜਾਤੀਵਾਦ ਦਾ ਇੱਕ ਨਾਮ ਦੇ ਦਿੱਤਾ ਗਿਆ। ਜਿਹੜਾ ਸੋਨੇ ਦਾ ਕੰਮ ਕਰਦਾ ਸੀ ਉਹਨੂੰ ਸੁਨਿਆਰ ਆਖਿਆ, ਜਿਹੜਾ ਖੇਤੀ ਦਾ ਕੰਮ ਕਰਦਾ ਸੀ ਉਹਨੂੰ ਜੱਟ ਆਖਿਆ, ਜਿਹੜਾ ਚੰਮ ਦਾ ਕੰਮ ਕਰਨਾ ਸੀ ਉਹਨੂੰ ਚਮਾਰ ਆਖਿਆ, ਜਿਹੜਾ ਲੋਹੇ ਦਾ ਕੰਮ ਕਰਦਾ ਸੀ ਉਹਨੂੰ ਲੋਹਾਰ ਆਖਿਆ, ਜਿਹੜਾ ਖੰਡੀਆ ਬੁਣਦਾ ਸੀ ਉਹਨੂੰ ਜੁਲਾਹਾ ਆਖਿਆ, ਜਿਹੜਾ ਕੱਪੜੇ ਸਿਉਂਦਾ ਸੀ ਉਹਨੂੰ ਸ਼ੀਂਬਾ ਆਖਿਆ। ਇਸੇ ਤਰ੍ਹਾਂ 6743 ਦੇ ਲਗਭਗ ਜਾਤਾਂ ਪੈਦਾ ਹੋਈਆਂ, ਕਿਉਂਕਿ ਇੱਥੇ ਇੰਨੇ ਕਿੱਤੇ ਕੰਮ ਕਰਨ ਵਾਲੇ ਲੋਕ ਰਹਿੰਦੇ ਸਨ। ਸੋ ਇਹ ਸਾਨੂੰ ਸਮਝਣਾ ਪੈਣਾ। ਅਤੇ ਇਹ ਜਿਹੜੀਆਂ ਜਾਤਾਂ ਨੇ ਇਹ ਫਿਰ ਵੱਧਦੀਆਂ ਗਈਆਂ, ਕਿਉਂਕਿ ਜਿਵੇਂ ਜਿਵੇਂ ਕਿੱਤੇ ਵੱਧਦੇ ਗਏ ਉਵੇਂ ਉਵੇਂ ਜਾਤਾਂ ਵੱਧਦੀਆਂ ਗਈਆਂ। ਪਰ ਇਹਦੇ ਵਿੱਚੋਂ ਛੋਟੀਆਂ ਜਾਤਾਂ ਵੀ ਮੰਨੀਆਂ ਗਈਆਂ, ਭੈੜੀਆਂ ਜਾਤਾਂ ਵੀ ਮੰਨੀਆਂ ਗਈਆਂ। ਉਹ ਜਾਤਾਂ ਭੈੜੀਆਂ ਮੰਨੀਆਂ ਗਈਆਂ ਜਿਨ੍ਹਾਂ ਨੇ ਇਸ ਦੁਨੀਆ ਦੀ ਸਾਫ਼ ਸਫਾਈ ਕੀਤੀ, ਜਿਨ੍ਹਾਂ ਨੇ ਮਨੁੱਖਤਾ ਲਈ ਕੁਝ ਕੀਤਾ। ਉਹਨਾਂ ਨੂੰ ਇਹਨਾਂ ਨੇ ਨੀਵੀਆਂ ਜਾਤਾਂ ਕਹਿ ਕੇ ਦੁਰਕਾਰਿਆ। ਜਿਵੇਂ ਜਿਹੜਾ ਸਫਾਈ ਕਰਦੇ ਸੀ, ਗਲੀ ਮੁਹੱਲਿਆਂ ਦੀ, ਪਿੰਡਾਂ ਸ਼ਹਿਰਾਂ ਦੀ ਸਫਾਈ ਕਰਦੇ ਸੀ, ਉਹਨੂੰ ਸਾਰਿਆਂ ਨੂੰ ਨੀਵੀਂ ਜਾਤ ਆਖ ਦਿੱਤੀ। ਜਿਹੜਾ ਚੰਮ ਦਾ ਕੰਮ ਕਰਦੇ ਸੀ, ਮੁਰਦੇ ਪਸ਼ੂਆਂ ਨੂੰ ਢਾਉਂਦੇ ਸੀ, ਉਹਨਾਂ ਨੂੰ ਨੀਵੀਂ ਜਾਤ ਆਖਿਆ ਗਿਆ। ਜਿਹੜਾ ਪਿੰਡ ਦਾ ਚੌਂਕੀਦਾਰਾ ਕਰਦੇ ਸੀ, ਬੁੱਤੀਆਂ ਲੈ ਕੇ ਜਾਂਦੇ ਸੀ, ਲੋਕਾਂ ਦੀਆਂ ਜੋ ਦੁੱਖਾਂ ਦੇ ਵਿੱਚ, ਸੁੱਖਾਂ ਦੇ ਵਿੱਚ ਆਪ ਦਖਲਅੰਦਾਜ਼ੀ ਕਰਦੇ ਸੀ ਅਤੇ ਉਹਨਾਂ ਦੇ ਹਰ ਇੱਕ ਦੁੱਖ ਵਿੱਚ ਸ਼ਾਮਲ ਹੁੰਦੇ ਸੀ, ਉਹਨਾਂ ਦੇ ਦੁੱਖ ਸੁੱਖ ਦੇ ਸੁਨੇਹੇ ਲੈ ਕੇ ਜਾਂਦੇ ਸੀ। ਉਹਨਾਂ ਲੋਕਾਂ ਨੂੰ ਨੀਵੀਂ ਜਾਤ ਦਾ ਲੈਵਲ ਦਿੱਤਾ ਗਿਆ, ਉਹਨਾਂ ਨੂੰ ਨੀਵੀਂ ਜਾਤ ਆਖਿਆ ਗਿਆ। ਬਹੁਤ ਸਾਰੀਆਂ ਨੀਵੀਆਂ ਜਾਤਾਂ ਨੇ ਜਿਨ੍ਹਾਂ ਦੇ ਨਾਲ ਉੱਚੀਆਂ ਜਾਤਾਂ ਨੇ ਵਰਤਾਓ ਕਰਨਾ ਬੰਦ ਕਰ ਦਿੱਤਾ। ਜਿਹੜਾ ਤਾਂ ਪੜ੍ਹੇ ਗਿਆਨ, ਜਿਹੜਾ ਤਾਂ ਪੜ੍ਹੇ ਕਿਤਾਬਾਂ, ਉਹਨੂੰ ਤਾਂ ਬਣਾ ਦਿੱਤਾ ਵੱਡੀ ਜਾਤ ਦਾ। ਜਿਹੜਾ ਇਸ ਦੇਸ਼ ਦੀ ਸਫਾਈ ਕਰੇ, ਦੇਸ਼ ਨੂੰ ਸਾਫ਼ ਸੁਥਰਾ ਰੱਖੇ, ਲੋਕਾਂ ਨੂੰ ਇਹ ਬਹੁਤ ਸੁੱਖ ਸਹੂਲਤਾਂ ਦੇਵੇ, ਉਹਨਾਂ ਦੇ ਤਨ 'ਤੇ ਕੱਪੜਾ ਪਵਾਵੇ, ਉਹਨਾਂ ਦੇ ਪੈਰਾਂ ਵਿੱਚ ਜੁੱਤੇ ਪਵਾਵੇ, ਉਹਨਾਂ ਦੇ ਸਿਰ ਦੇ ਸਫਾਈ ਲਈ, ਸਰੀਰ ਦੇ ਉੱਤੇ ਜੋ ਗਰਮੀਆਂ ਦੇ ਵਿੱਚ ਪਸੀਨਾ ਆਉਣ 'ਤੇ ਸਮੈਲ ਮਾਰਦੀ ਹੈ, ਉਹਦੇ ਲਈ ਵਧੀਆ ਸਾਬਣ ਬਣਾਵੇ ਜਾਂ ਕੋਈ ਸੁਗੰਧੀਚਾਰ ਚੀਜ਼ਾਂ ਬਣਾਵੇ, ਉਹਨਾਂ ਨੂੰ ਨੀਵੀਆਂ ਜਾਤ ਦੇ ਆਖ ਕੇ ਦੁਰਕਾਰਿਆ ਗਿਆ। ਸੋ ਇਹ ਸਾਨੂੰ ਸਮਝਣਾ ਪੈਣਾ ਕਿ ਇਹ ਜਿਹੜੀਆਂ ਜਾਤਾਂ ਬਣੀਆਂ ਨੇ ਇਹ ਕਿੱਤਿਆਂ ਦੇ ਆਧਾਰ 'ਤੇ ਬਣੀਆਂ ਨੇ। ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ, ਬੂਟ ਪਾਲਿਸ਼ ਕਰਨੀ ਮਾੜੀ ਗੱਲ ਨਹੀਂ, ਇਹ ਮਿਹਨਤ ਹੈ। ਪਰ ਇਸ ਨੂੰ ਸਾਡੇ ਹੀ ਦੇਸ਼ ਵਿੱਚ ਨੀਵੀਂ ਜਾਤ ਦਾ ਮੰਨਿਆ ਗਿਆ ਹੈ। ਸੋ ਇਹ ਵਿਸ਼ੇ ਨੂੰ ਸਾਨੂੰ ਸਮਝਣਾ ਪੈਣਾ। ਸਾਡੇ ਵਿੱਚ ਅਛੂਤ ਪੈਦਾ ਕਰ ਦਿੱਤੇ, ਛਛੂਤ ਪੈਦਾ ਕਰ ਦਿੱਤੇ, ਜਿਹਨੂੰ ਹੱਥ ਲਗਾਉਣ ਨਾਲ ਵੀ ਪਿੱਠ ਚੜ੍ਹ ਜਾਂਦੀ ਹੈ। ਪਰ ਗੁਰੂ ਸਾਹਿਬ ਜੀ ਨੇ ਆਖਿਆ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ 'ਤੇ ਚੱਲੈ ਬਹੁਤੇ ਵਿਕਾਰਾ। ਗੁਰੂ ਸਾਹਿਬ ਕਹਿੰਦੇ ਤੂੰ ਉੱਚੀ ਜਾਤ ਹੋਣ ਦਾ ਨਾ ਮਾਣ ਕਰ, ਨਾ ਹੰਕਾਰ ਕਰ। ਜਿਵੇਂ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਨਾ, ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋਂ ਪੜ੍ਹੋ ਵੇਦ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਤੁਮ ਤੋਂ ਪੜ੍ਹੋ ਵੇਦ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਨੂੰ ਸਮਝਣ ਦੀ ਜ਼ਰੂਰਤ ਹੈ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ, ਪੰਡਤ ਜੀ, ਬ੍ਰਾਹਮਣ ਜੀ, ਜੇ ਤੁਸੀਂ ਉੱਚੀ ਜਾਤ ਦੇ ਹੋ ਤਾਂ ਮੈਨੂੰ ਦੱਸੋ ਵੀ ਤੁਹਾਡੇ ਵਿੱਚ ਕੀ ਖਾਸੀਅਤ ਹੈ, ਤੁਸੀਂ ਉੱਚੀ ਜਾਤ ਦੇ ਹੋ। ਉਹ ਕਹਿੰਦੇ, ਦੇਖ ਮੇਰੇ ਗਲ ਦੇ ਵਿੱਚ ਜਨੇਊ ਪਾਇਆ, ਧਾਗਾ ਪਾਇਆ। ਅਤੇ ਗੁਰੂ ਕਬੀਰ ਸਾਹਿਬ ਕਹਿੰਦੇ, ਜੇ ਜਨੇਊ ਪਾਉਣ ਨਾਲ ਉੱਚੀ ਜਾਤ ਦਾ ਮਨੁੱਖ ਹੈ ਤਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ,
ਹਮ ਕਰ ਸੂਤ ਤਨੈ ਨਿਤ ਤਨ। ਮੈਂ ਖੱਡੀਆਂ ਬੁਣਦਾ, ਮੈਂ ਜੁਲਾਇਆਂ ਦਾ ਮੁੰਡਾ, ਅਤੇ ਸਾਡੇ ਘਰ ਦੇ ਵਿੱਚ ਤਾਂ ਸੂਤ ਹੀ ਸੂਤ ਪਿਆ, ਵਿਹੜੇ 'ਚ ਸਾਡੇ ਸੂਤ ਪਿਆ, ਕੋਠੇ 'ਤੇ ਸਾਡੇ ਸੂਤ ਪਿਆ, ਹੈ ਨਾ, ਖੱਡੀਆਂ 'ਚ ਸਾਡੇ ਧਾਗਾ ਲਾਇਆ ਹੋਇਆ, ਅਤੇ ਫਿਰ ਤੁਹਾਡੇ ਨਾਲੋਂ ਵੱਡਾ ਤਾਂ ਬ੍ਰਾਹਮਣ ਮੈਂ ਹੋਇਆ। ਸੋ ਅਜਿਹੀਆਂ ਦਲੀਲਾਂ ਦਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਖੰਡਨ ਕੀਤਾ, ਜਿਹਦਾ ਅੱਜ ਵੀ ਜਵਾਬ ਨਹੀਂ ਅਤੇ ਰਹਿੰਦੀ ਦੁਨੀਆ ਤੱਕ ਜਵਾਬ ਨਹੀਂ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਇਹ ਗੱਲ ਸਿਰੇ ਹੀ ਲਾ ਦਿੱਤੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ। ਜਿੱਥੋਂ ਅਸੀਂ ਪੈਦਾ ਹੋਏ, ਮਾਤਾ ਦੀ ਕੁੱਖ ਦੇ ਵਿੱਚੋਂ ਅਸੀਂ ਜਨਮ ਲਿਆ, ਤੂੰ ਵੀ ਉੱਥੋਂ ਹੀ ਜਨਮ ਲਿਆ ਨਾ। ਤੂੰ ਅੱਖਾਂ ਦੇ ਵਿੱਚੋਂ, ਕੰਨ ਦੇ ਵਿੱਚੋਂ, ਮੂੰਹ ਦੇ ਵਿੱਚੋਂ ਕਿਉਂ ਨਹੀਂ ਨਿਕਲ ਕੇ ਆ ਗਿਆ ਇਸ ਸੰਸਾਰ 'ਤੇ। ਸੋ ਇਹੋ ਜਿਹੇ ਜਦੋਂ ਸਵਾਲ ਰੱਖੇ ਨਾ, ਫਿਰ ਜਾਤ ਪਾਤ ਦਾ ਜਿਹੜਾ ਹੰਕਾਰ ਸੀ ਉਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਲਾ ਕੇ ਧਰਤੀ ਨਾ ਮਾਰਿਆ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਅਸੀਂ ਸਮਝਾਂਗੇ, ਪਰਤਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਡੇ 'ਤੇ ਵੀ ਟੁੱਕਦੀ ਹੈ। ਜੇ ਅਸੀਂ ਵੀ ਆਪਣੀ ਜਾਤ ਦਾ ਮਾਣ ਕਰਦੇ ਹਾਂ, ਹੰਕਾਰ ਕਰਦੇ ਹਾਂ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ, ਚੋਰੀ 1 ਰੁਪਏ ਦੀ ਮਾੜੀ ਵੀ ਆ, ਚੋਰੀ ਲੱਖ ਰੁਪਏ ਦੀ ਵੀ ਮਾੜੀ ਆ। ਚੋਰੀ ਤਾਂ ਚੋਰੀ ਹੈ ਨਾ, ਭਾਵੇਂ ਤੁਸੀਂ 1 ਰੁਪਏ ਦੀ ਕਰੋ, ਭਾਵੇਂ ਲੱਖ ਰੁਪਏ ਦੀ ਕਰੋ, ਇਹਨੂੰ ਨਾ ਤੁਸੀਂ ਵੱਡੀ ਚੋਰੀ ਕਹਿ ਸਕਦੇ ਹੋ, ਨਾ ਤੁਸੀਂ ਛੋਟੀ ਚੋਰੀ ਕਹਿ ਸਕਦੇ ਹੋ। ਚੋਰੀ ਤਾਂ ਚੋਰੀ ਹੀ ਅਖਵਾਏਗੀ, ਭਾਵੇਂ ਉਹ 1 ਲੱਖ ਦੀ ਹੈ, 10 ਲੱਖ ਦੀ ਹੈ, ਭਾਵੇਂ ਉਹ 1 ਰੁਪਏ ਦੀ ਹੈ ਜਾਂ 10 ਰੁਪਏ ਦੀ ਆ, ਚੋਰੀ ਤਾਂ ਚੋਰੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਇਹੀ ਗੱਲ ਸਮਝਾ ਰਹੇ ਨੇ, ਭਾਈ ਹੰਕਾਰ ਤਾਂ ਹੰਕਾਰ ਹੈ, ਭਾਵੇਂ ਕੋਈ ਨੀਵੀਂ ਜਾਤ ਦਾ ਹੰਕਾਰ ਕਰੇ, ਭਾਵੇਂ ਕੋਈ ਉੱਚੀ ਜਾਤ ਦਾ ਹੰਕਾਰ ਕਰੇ, ਹੰਕਾਰ ਤਾਂ ਹੰਕਾਰ ਹੈ। ਇਸ ਕਰਕੇ ਸਾਨੂੰ ਜਾਤਾਂ ਪਾਤਾਂ ਨੂੰ ਛੱਡ ਦੇਣਾ ਚਾਹੀਦਾ। ਆਹ ਦੇਖੋ ਤੁਸੀਂ, ਸਾਡੇ ਜਿਹੜਾ ਜ਼ਿਮੀਂਦਾਰ ਭਾਈਚਾਰਾ, ਕਿਸਾਨ ਭਾਈਚਾਰਾ, ਜੱਟ ਭਾਈਚਾਰਾ, ਇਹਦਾ ਗਾਣਿਆਂ ਦੇ ਵਿੱਚ ਕਿੰਨਾ ਇਸ ਨੂੰ ਮਤਲਬ ਵਡਿਆਇਆ ਗਿਆ ਕਿ ਜੱਟ ਗੰਡਾਸੇ ਰੱਖਦਾ, ਜੱਟ ਜ਼ਮੀਨ ਵੇਚਦਾ, ਜੱਟ ਜ਼ਮੀਨ 'ਤੇ ਕਰਦਾ ਨਾ। ਉਹ ਵਿਚਾਰੇ ਕਿਸਾਨ ਦੇ ਬੱਚਿਆਂ ਦਾ ਇੰਨਾ ਚੰਗੀ ਤਰ੍ਹਾਂ ਉਹਨਾਂ ਨੇ ਟਾਰਗੇਟ ਕੀਤਾ ਜਾਤੀ ਨੂੰ ਮੁੱਖ ਰੱਖ ਕੇ, ਕਿ ਉਹਨਾਂ ਨੇ ਹਵਾ ਦੇ ਵਿੱਚ ਆਪਾਂ ਆ ਕੇ ਕਹਿ ਸਕਦੇ ਹਾਂ, ਪੰਪ ਦੇ ਵਿੱਚ ਆ ਕੇ ਕਹਿ ਸਕਦੇ ਹਾਂ, ਜ਼ਮੀਨਾਂ ਵੀ ਵੇਚ ਛੱਡੀਆਂ, ਜ਼ਮੀਨਾਂ ਵੇਚ ਕੇ ਲੰਡੀਆਂ ਜੀਪਾਂ ਲੈ ਲਈਆਂ, ਗੰਡਾਸੇ ਰੱਖ ਲਏ, ਕਤਲੇਆਮ ਹੋ ਗਏ, ਮਾੜੀ ਮੋਟੀ ਵੱਟ ਦੇ ਪਿੱਛੇ ਲੜ ਪਏ। ਇਹ ਜਿਹੜਾ ਸਾਨੂੰ ਜਾਤੀਵਾਦ ਪ੍ਰਤੀ ਉਭਾਰਿਆ ਜਾ ਰਿਹਾ, ਇਹ ਇਕੱਲੇ ਜੱਟ ਭਾਈਚਾਰੇ ਵਿੱਚ ਨਹੀਂ, ਇਹ ਹੋਰ ਜਾਤਾਂ ਵੀ ਹੁਣ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਜਾਤ ਦੇ ਤੌਰ 'ਤੇ ਹੰਕਾਰ ਕਰਦੀਆਂ ਨੇ। ਆਉਣ ਵਾਲੀਆਂ ਨਸਲਾਂ ਦਾ, ਉਹਨਾਂ ਦਾ ਵੀ ਇਹੀ ਹਾਲ ਹੋ ਸਕਦਾ। ਉਹ ਗਰੀਬ ਜੱਟ ਦਾ ਤਾਂ ਕਦੇ ਵਿਚਾਰੇ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ, ਜਿਹਦੇ ਕੋਲ ਜ਼ਮੀਨ ਹੈ, ਬਸ ਪਾਣੀ ਨੂੰ, ਉਹ ਜ਼ਮੀਨ ਨੂੰ ਪਾਣੀ ਦੇਣ ਲਈ ਉਹਦੇ ਕੋਲ ਮੋਟਰ ਦਾ ਪ੍ਰਬੰਧ ਨਹੀਂ ਹੋ ਸਕਦਾ, ਉਹ ਜੱਟ ਦਾ ਕਦੇ ਜ਼ਿਕਰ ਨਹੀਂ ਹੋਇਆ। ਜਿਹੜਾ ਜੱਟ ਵਿਚਾਰਾ ਸਪਰੇਹਾਂ ਪੀ ਰਿਹਾ, ਉਹਦਾ ਕਦੇ ਜ਼ਿਕਰ ਨਹੀਂ ਹੋਇਆ। ਜਿਹੜੇ ਜੱਟ ਦੀ ਫਸਲ ਨੂੰ ਅੱਗ ਲੱਗ ਜਾਂਦੀ ਆ, ਉਹਦਾ ਕਦੇ ਜ਼ਿਕਰ ਨਹੀਂ ਹੋਇਆ। ਪਰ ਜਾਤੀ ਤੌਰ 'ਤੇ ਜਿਹੜੇ ਜੱਟਾਂ ਦਾ ਜ਼ਿਕਰ ਹੋ ਰਿਹਾ, ਉਹ ਪਤਾ ਨਹੀਂ ਕਿੱਥੇ ਰਹਿੰਦੇ ਨੇ, ਪਤਾ ਨਹੀਂ ਕਿੱਥੇ ਫੈਰ ਕਰਦੇ ਨੇ, ਪਤਾ ਨਹੀਂ ਕਿਹੜੀ ਦੁਨੀਆ ਦੇ ਨੇ। ਸੋ ਜਾਤੀ ਤੌਰ 'ਤੇ ਜੇਕਰ ਸਾਨੂੰ ਕੋਈ ਉਭਾਰ ਰਿਹਾ, ਉਹ ਸਾਡਾ ਨੁਕਸਾਨ ਕਰ ਰਿਹਾ ਹੈ, ਉਹ ਮਨੂਵਾਦ ਨੂੰ ਫੈਲਾ ਰਿਹਾ ਹੈ। ਸਾਡੇ ਸਤਿਗੁਰਾਂ ਨੇ ਤਾਂ ਜਾਤੀਵਾਦ ਖਤਮ ਕੀਤਾ। ਅਤੇ ਮੈਂ ਇਹ ਵੀ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਜਿਹੜੀਆਂ ਜਾਤਾਂ ਹੁੰਦੀਆਂ ਨੇ, ਉਹ ਜਾਨਵਰਾਂ ਦੇ ਵਿੱਚ ਹੁੰਦੀਆਂ ਨੇ। ਦੇਖੋ, ਕੁੱਤਿਆਂ ਦੀਆਂ ਕਿੰਨੀਆਂ ਪ੍ਰਜਾਤੀਆਂ ਨੇ, ਹੈ ਨਾ, ਅਤੇ ਪੰਛੀਆਂ ਦੀਆਂ ਕਿੰਨੀਆਂ ਪ੍ਰਜਾਤੀਆਂ ਨੇ। ਇਹ ਜੀ ਮੋਰ ਹੈ, ਇਹ ਜੀ ਕਾਂ ਹੈ, ਇਹ ਜੀ ਘੁੱਗੀ ਹੈ, ਇਹ ਜੀ ਗਟਾਰ ਹੈ, ਇਹ ਜੀ ਕਬੂਤਰ ਹੈ, ਇਹ ਜੀ ਗੋਲਾ ਕਬੂਤਰ ਹੈ। ਕਿੰਨੀਆਂ ਪ੍ਰਜਾਤੀਆਂ ਨੇ, ਜਾਤਾਂ ਉਹਨਾਂ ਦੇ ਵਿੱਚ ਨੇ। ਅਤੇ ਇਹ ਦੂਜੇ ਪਾਸੇ ਤੁਸੀਂ ਵੇਖ ਲਓ, ਪਸ਼ੂਆਂ ਦੇ ਵਿੱਚ ਇਹ ਜੀ ਮੱਝ ਹੈ, ਇਹ ਜੀ ਗਾਂ ਹੈ, ਇਹ ਜੀ ਹਾਥੀ ਹੈ, ਜੀ ਘੋੜਾ, ਹੈ ਨਾ, ਇਹ ਉਹਨਾਂ ਵਿੱਚ ਜਾਤੀਆਂ ਨੇ। ਸਾਡੀ ਜਿਹੜੀ ਜਾਤੀ ਆ, ਉਹ ਮਨੁੱਖ ਜਾਤੀ ਆ, ਅਤੇ ਅਸੀਂ ਇਸ ਜਾਤੀ ਨੂੰ ਸਮਝ ਨਹੀਂ ਸਕੇ। ਭਾਵੇਂ ਕਿ ਸਾਡੇ ਸਤਿਗੁਰਾਂ ਨੇ ਸਾਨੂੰ ਸਰੋਵਰਾਂ ਬਣਾ ਕੇ ਦਿੱਤੇ ਕਿ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੋ, ਸਾਰੇ ਇਸ਼ਨਾਨ ਕਰਨਗੇ ਤਾਂ ਉਹ ਜਾਤ ਪਾਤ ਛੱਡ ਦੇਣਗੇ, ਭੁੱਲ ਜਾਣਗੇ। ਬੌਲੀ ਸਾਹਿਬ ਬਣਾਇਆ, ਉਹਦੇ ਵਿੱਚ ਇੱਕ ਖੂਹ ਸੀ, ਉਹਦੇ ਵਿੱਚ ਪੌੜੀਆਂ ਲਾ ਦਿੱਤੀਆਂ ਸਤਿਗੁਰਾਂ ਨੇ ਵੀ ਉੱਥੇ ਜਾਓ, ਤੁਸੀਂ ਚੂਲੀ ਭਰੋ ਅਤੇ ਛਕੋ। ਭਾਈ ਇਹਨਾਂ ਦੇ ਵਿੱਚੋਂ ਜਾਤ ਪਾਤ ਮਿਟੇ। ਗੁਰਦੁਆਰੇ ਬਣਾ ਕੇ ਦਿੱਤੇ, ਧਾਰਮਿਕ ਸਥਾਨ ਬਣਾ ਕੇ ਦਿੱਤੇ। ਸਤਿਗੁਰਾਂ ਨੇ ਤਾਂ ਹੁਕਮ ਕੀਤਾ ਸੀ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਭਾਈ ਗੁਰਦਾਸ ਜੀ ਆਖਦੇ ਨੇ, ਸਾਡੇ ਤਾਂ ਘਰ ਘਰ ਧਰਮਸਾਲ ਬਣ ਜਾਣੀ ਚਾਹੀਦੀ ਸੀ, ਪਰ ਨਹੀਂ ਹੋਇਆ, ਕਿਉਂਕਿ ਅਸੀਂ ਜਾਤ ਨਹੀਂ ਛੱਡਣਾ ਚਾਹੁੰਦੇ। ਸਤਿਗੁਰਾਂ ਨੇ ਧਾਰਮਿਕ ਸਥਾਨ ਬਣਾਏ ਵੀ ਇੱਥੇ ਸਾਰੀ ਜਾਤਾਂ ਦੇ ਲੋਕ ਬਰਾਬਰ ਬੈਠਣਗੇ। ਪੰਗਤ ਬਣਾਈ ਵੀ ਇੱਥੇ ਗੁਰੂ ਦਾ ਗਿਆਨ ਇਕੱਠਾ ਕਰਨਗੇ। ਸੰਗਤ ਬਣਾਈ, ਇੱਥੇ ਸਾਰੇ ਬੈਠ ਕੇ ਬਰਾਬਰ ਪ੍ਰਸ਼ਾਦਾ ਛਕਣਗੇ। ਹਰ ਇੱਕ ਸਤਿਗੁਰਾਂ ਨੇ, ਸੱਚੇ ਪਾਤਸ਼ਾਹ ਨੇ ਸਾਡੀ ਜਾਤ ਪਾਤ ਨੂੰ ਤੋੜਨ ਲਈ ਉਹ ਉਪਰਾਲਾ ਕੀਤਾ, ਜਿਹੜਾ ਸਾਡੇ ਲਈ ਬਹੁਤ ਸੌਖਾ ਸੀ। ਪਰ ਫਿਰ ਵੀ ਅਸੀਂ ਜਾਤ ਪਾਤ ਦਾ ਜਿਹੜਾ ਲੈਵਲ ਆ,
ਉਹ ਆਪਣੇ ਤੋਂ ਨਹੀਂ ਉਤਾਰਿਆ। ਪਤਾ ਨਹੀਂ ਅਸੀਂ ਕਿਉਂ ਨਹੀਂ ਜਾਤ ਛੱਡਣਾ ਚਾਹੁੰਦੇ। ਇਹ ਹੁਣ ਇੱਥੇ ਮਨੂਵਾਦ ਦੋਸ਼ੀ ਨਹੀਂ, ਬ੍ਰਾਹਮਣਵਾਦ ਦੋਸ਼ੀ ਨਹੀਂ, ਅਸੀਂ ਖੁਦ ਦੋਸ਼ੀ ਹਾਂ। ਅਸੀਂ ਖਾਲਸੇ ਬਣ ਕੇ ਵੀ, ਅੰਮ੍ਰਿਤ ਛਕ ਕੇ ਵੀ, ਇਹ ਰਵਿਦਾਸੀਆ ਸਿੱਖ ਹੈ, ਇਹ ਜੱਟ ਸਿੱਖ ਹੈ, ਨਾਈ ਸਿੱਖ ਹੈ, ਝੋਰ ਸਿੱਖ ਹੈ, ਹੁਣ ਤਾਂ ਇਹ ਯੂਪੀ ਬਿਹਾਰ ਵਾਲੇ ਸਾਡੇ ਗੁਰਸਿੱਖ ਵੀਰਾਂ ਲਈ ਵੀ ਕਹਿਣ ਲੱਗ ਗਏ ਜੀ ਇਹ ਭਈਆ ਸਿੱਖ ਹੈ ਨਾ, ਇਹ ਬਿਹਾਰੀ ਸਿੱਖ ਹੈ, ਯੂਪੀ ਵਾਲਾ ਸਿੱਖ ਹੈ। ਇਹ ਗਲਤ ਗੱਲਾਂ ਨੇ ਭਾਈ। ਜਾਤੀਵਾਦ ਨੂੰ ਅਸੀਂ ਨਾ ਉਭਾਰੀਏ। ਅਸੀਂ ਜਾਤ ਨਹੀਂ ਛੱਡਣਾ ਚਾਹੁੰਦੇ। ਇਹ ਜਾਤੀ ਚੀਜ਼ ਹੀ ਐਸੀ ਹੈ, ਜਾਤੀ ਨਹੀਂ, ਜਾਤੀ ਕभी ਜਾਤੀ ਨਹੀਂ, ਜਾਤੀ ਸਾਡੇ ਵਿੱਚੋਂ ਨਹੀਂ ਜਾਂਦੀ, ਪਰ ਅਸੀਂ ਛੱਡਣਾ ਨਹੀਂ ਚਾਹੁੰਦੇ। ਅਤੇ ਕਈ ਐਸੇ ਮਨੁੱਖ ਵੀ ਨੇ ਜਿਹੜੇ ਜਾਤ ਛੱਡਣਾ ਚਾਹੁੰਦੇ ਨੇ, ਆਪਣੇ ਬੱਚਿਆਂ ਦੇ ਵਿਆਹ ਜਾਤ ਤੋਂ ਬਾਹਰ ਕਰਾਉਣਾ ਚਾਹੁੰਦੇ ਨੇ, ਪਰ ਜਿਹੜੇ ਅੱਗੇ ਟੱਕਰਦੇ ਨੇ ਉਹ ਕਹਿੰਦੇ ਨਹੀਂ ਅਸੀਂ ਤਾਂ ਆਪਣੀ ਜਾਤ ਵਿੱਚ ਵਿਆਹ ਕਰਾਂਗੇ। ਸੋ ਇਹ ਗੱਲਾਂ ਵੀ ਸਾਡੇ ਨਾਲ ਹੁੰਦੀਆਂ ਨੇ, ਖੁਦ ਬੀਤਦੀਆਂ ਨੇ। ਇਹਨਾਂ ਗੱਲਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ। ਜੇਕਰ ਅਸੀਂ ਜਾਤ ਛੱਡਾਂਗੇ ਦੂਜਿਆਂ ਨੂੰ ਵੀ ਜਾਤ ਛੱਡਣੀ ਪੈਣੀ ਆ ਭਾਈ, ਨਹੀਂ ਤਾਂ ਜਾਤ ਨੇ ਸਾਡਾ ਬਹੁਤ ਨੁਕਸਾਨ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਸਾਨੂੰ ਤਾਂ ਸਾਡੇ ਸਤਿਗੁਰਾਂ ਨੇ ਖਾਲਸੇ ਬਣਾਇਆ ਸੀ, ਸਿੰਘ ਬਣਾਇਆ ਸੀ। ਹੁਣ ਵੇਖੋ ਗਰੀਬ ਤੋਂ ਗਰੀਬ ਮਨੁੱਖ 'ਤੇ ਵੀ ਕਿਸੇ 'ਤੇ ਅਤਿਆਚਾਰ ਹੁੰਦਾ, ਜੇ ਅਖਬਾਰ ਦੇ ਵਿੱਚ ਆਵੇ, ਟੈਲੀਵਿਜ਼ਨ ਦੇ ਵਿੱਚ ਆਵੇ, ਸਾਨੂੰ ਪਤਾ ਲੱਗੇ ਵੀ ਖਾਲਸੇ 'ਤੇ ਅਤਿਆਚਾਰ ਹੋਇਆ, ਸਾਡੇ ਸਾਹਮਣੇ ਜਾਤ ਨਹੀਂ ਆਏਗੀ, ਸਾਡੇ ਸਾਹਮਣੇ ਖਾਲਸਾ ਆਏਗਾ, ਅਸੀਂ ਫਿਰ ਸਾਰੇ ਇਕੱਠੇ ਹੋਵਾਂਗੇ, ਇਕੱਠੇ ਹੋ ਕੇ ਫਿਰ ਉਹਦੀ ਮਦਦ ਕਰਾਂਗੇ ਵੀ ਇਹਦੇ 'ਤੇ ਅਤਿਆਚਾਰ ਕਿਉਂ ਹੋਇਆ। ਜਦੋਂ ਉਹਦੇ ਵਿੱਚ ਲਿਖਿਆ ਜਾਂਦਾ ਵੀ ਇਹ ਰਵਿਦਾਸੀਆ ਸਿੱਖ 'ਤੇ ਹੋਇਆ, ਬਾਲਮੀਕ ਸਿੱਖ 'ਤੇ ਹੋਇਆ, ਜੱਟ ਸਿੱਖ 'ਤੇ ਹੋਇਆ, ਫਿਰ ਆਪਾਂ ਕਹਿੰਦੇ ਹਾਂ ਵੀ ਇਹ ਜੱਟ ਸਿੱਖ ਹੀ ਦੇਖਣ, ਰਵਿਦਾਸੀਆ ਸਿੱਖ ਹੀ ਦੇਖਣ, ਨਾਈ ਸਿੱਖ ਜਾਂ ਝੋਰ ਸਿੱਖ ਹੀ ਦੇਖਣ, ਸਾਨੂੰ ਕੀ। ਇਸ ਕਰਕੇ ਭਾਈ ਇਹ ਵੀ ਜਾਤਾਂ ਪਾਤਾਂ ਸਾਨੂੰ ਖਤਮ ਕਰਨੀਆਂ ਚਾਹੀਦੀਆਂ ਨੇ। ਪਹਿਲਾਂ ਜਿਹੜੇ ਗੁਰਦੁਆਰੇ ਜਾਤਾਂ ਪਾਤਾਂ ਦੇ ਨਾਮ 'ਤੇ ਬਣਾਏ ਨੇ, ਸ਼ਮਸ਼ਾਨ ਘਾਟਾਂ ਜਾਤਾਂ ਪਾਤਾਂ ਦੇ ਨਾਮ 'ਤੇ ਬਣਾਈਆਂ ਨੇ, ਇਹ ਵੀ ਛੱਡਣੀਆਂ ਪੈਣਗੀਆਂ। ਇਹ ਜਿਹੜੀਆਂ ਜਾਤਾਂ ਨੇ ਇਹਨਾਂ ਦਾ ਜਿਹੜਾ ਸਾਨੂੰ ਹੰਕਾਰ ਆ ਇਹ ਛੱਡਣਾ ਪੈਣਾ, ਨਹੀਂ ਤਾਂ ਗੁਰੂ ਸਾਹਿਬ ਜੀ ਸਾਨੂੰ ਮੂਰਖ ਕਹਿ ਰਹੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਹੇ ਗਵਾਰ, ਹੇ ਮੂਰਖ, ਜਾਤ ਦਾ ਹੰਕਾਰ ਨਹੀਂ ਕਰੀਦਾ। ਇਸ ਗਰਬ, ਇਸ ਹੰਕਾਰ 'ਤੇ ਚੱਲਣ ਬਹੁਤ ਵਿਕਾਰਾ, ਇਸ ਗਰਭ 'ਤੇ ਚੱਲਣ ਬਹੁਤ ਵਿਕਾਰਾ। ਇਸ ਹੰਕਾਰ ਦੇ ਨਾਲ ਬਹੁਤ ਵਿਕਾਰ ਪੈਦਾ ਹੁੰਦੇ ਨੇ, ਆਪਣਾ ਜੀਵਨ ਖਰਾਬ ਹੋ ਜਾਂਦਾ ਅਤੇ ਦੂਜਿਆਂ ਦਾ ਵੀ ਜੀਵਨ ਬਰਬਾਦ ਹੋ ਜਾਂਦਾ। ਜਿਹੜੀਆਂ ਜਾਤਾਂ ਨੇ ਉਹ ਮਨੁੱਖਾਂ ਵਿੱਚ ਨਹੀਂ ਹੁੰਦੀਆਂ ਪਿਆਰਿਓ। ਭਾਵੇਂ ਕਿ ਅਸੀਂ ਮਰਦਾਂ ਔਰਤਾਂ, ਸਾਡੇ ਵਿੱਚ ਇੱਕ ਮਹੰਤ ਆ ਜਾਂਦੇ ਨੇ ਜਦੋਂ ਸਰੀਰ ਦਾ ਜਿਹੜਾ ਸਾਡੇ ਦਾ ਬਣਾਵਟ ਦਾ ਵਿੱਚ ਫਰਕ ਪੈ ਜਾਂਦਾ, ਜਿਨ੍ਹਾਂ ਨੂੰ ਆਪਾਂ ਖੁਸਰੇ ਜਾਂ ਹੀਜੜੇ ਵੀ ਕਹਿ ਦਿੰਦੇ ਹਾਂ, ਅਤੇ ਸਤਿਕਾਰ ਨਾਲ ਉਹਨਾਂ ਨੂੰ ਮਹੰਤ ਵੀ ਆਖਿਆ ਜਾਂਦਾ ਹੈ, ਅਤੇ ਉਹ ਸਾਡੇ ਵਿੱਚ ਵੀ ਆ ਜਾਂਦੇ ਨੇ। ਪਰ ਸਾਨੂੰ ਸਮਝਣਾ ਚਾਹੀਦਾ ਸਾਡੀ ਇੱਕੋ ਹੀ ਇੱਕ ਜਾਤੀ ਹੈ, ਉਹ ਹੈ ਇਨਸਾਨੀਅਤ। ਜਦੋਂ ਵੀ ਕਿਤੇ ਵੀ ਜ਼ੁਲਮ ਹੁੰਦਾ ਵਾ, ਸਾਨੂੰ ਇਹ ਹੋਣਾ ਚਾਹੀਦਾ ਵੀ ਮਨੁੱਖਾਂ 'ਤੇ ਜ਼ੁਲਮ ਹੋਇਆ, ਇਨਸਾਨੀਅਤ 'ਤੇ ਜ਼ੁਲਮ ਹੋਇਆ, ਭਾਵੇਂ ਉਹ ਕਿਸੇ ਧਰਮ, ਜਾਤ, ਗੋਤ ਨਾਲ ਸੰਬੰਧ ਰੱਖਦਾ ਹੋਵੇ, ਰੰਗ ਨਾਲ ਸੰਬੰਧ ਰੱਖਦਾ ਹੋਵੇ, ਨਸਲ ਨਾਲ ਸੰਬੰਧ ਰੱਖਦਾ ਹੋਵੇ, ਉਹ ਕਿਤੇ ਵੀ ਸਥਾਨ ਨਾਲ ਸੰਬੰਧ ਰੱਖਦਾ ਹੋਵੇ, ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਜਾਤਾਂ ਪਾਤਾਂ ਛੱਡਣੀਆਂ ਚਾਹੀਦੀਆਂ ਨੇ। ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਇਹੀ ਸਮਝਾਉਂਦੇ ਨੇ, ਭਾਈ ਇੱਕ ਬਣੋ, ਇੱਕ ਬਣੋ, ਇੱਕਾ ਬਾਣੀ, ਇੱਕੋ ਗੁਰ, ਇੱਕੋ ਸ਼ਬਦ ਵਿਚਾਰ ਨੂੰ ਸਮਝ ਕੇ ਅਸੀਂ ਇੱਕ ਬਣਨਾ ਹੈ। ਸੋ ਜਾਤ ਪਾਤ ਛੱਡੀਏ, ਗੁਰੂ ਦੇ ਲੜ ਲੱਗੀਏ, ਆਪਣੇ ਸਤਿਗੁਰਾਂ ਦੀ ਬਾਣੀ ਨੂੰ ਅਤੇ ਭਾਰਤੀ ਸੰਵਿਧਾਨ ਨੂੰ ਘਰਾਂ ਦੇ ਵਿੱਚ ਰੱਖ ਕੇ ਪੜ੍ਹੀਏ, ਸੁਣੀਏ, ਸਮਝੀਏ, ਵਿਚਾਰੀਏ ਅਤੇ ਅੱਗੇ ਵਧੀਏ। ਬਾਕੀ ਦੇਸ਼ਾਂ ਵਾਂਗ ਵੀ ਆਪਣੇ ਦੇਸ਼ ਨੂੰ ਪ੍ਰਫੁੱਲਤ ਕਰੀਏ। ਇੱਥੇ ਅਬਦੁਲ ਕਲਾਮ ਸਾਹਿਬ ਵਰਗੇ, ਡਾਕਟਰ ਅੰਬੇਦਕਰ ਸਾਹਿਬ ਵਰਗੇ ਉਹ ਯੋਧੇ ਪੈਦਾ ਕਰੀਏ ਜਿਹੜੇ ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਵਧੀਆ ਸੇਧ ਦੇਣ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।